Good morning, student. Our next topic that is our methods of training, where I am going to explain the various methods of training that an organizational manager how can train their employees. Okay, so first of all, what do you mean by training? Training means equipping the employee with the required skill to perform the job. ਟ੍ਰੇਨਿੰਗ ਦਾ ਮਤਲਬ ਕੀ ਹੁੰਦਾ ਬੇਟੇ, ਜਦੋਂ ਅਸੀਂ ਪਰਟੀਕੂਲਰ ਜੌਬ ਨੂੰ ਪਰਫਾਰਮ ਕਰਨ ਵਾਸਤੇ ਆਪਣੇ ਇੰਪਲੋਈਜ਼ ਨੂੰ ਮੋਟੀਵੇਟ ਕਰਦੇ ਹਾਂ, ਉਹਨਾਂ ਨੂੰ ਹੋਰ ਵੀ ਇਨਸੈਂਟਿਵਸ ਦਿੰਦੇ ਹਾਂ, ਈਵਨ ਉਹਨਾਂ ਦੀਆਂ ਕਲਾਸਿਸ ਲਗਾਉਂਦੇ ਹਾਂ, ਦੈਟ ਆਰ ਕਾਲਡ trainings. The candidate are sent for training so that they can perform the job in the expected manner. ਉਹਨਾਂ ਨੂੰ ਟ੍ਰੇਨਿੰਗ ਵਾਸਤੇ ਭੇਜਿਆ ਜਾਂਦਾ ਆ ਸੋ ਕਿ ਉਹ ਆਪਣੀ ਜੌਬ ਦੇ ਵਿੱਚ ਜਿਹੜੀਆਂ ਇੰਪਲੋਈਜ਼ ਜਿਹੜੇ ਉਹਨਾਂ ਕੋਲੋਂ ਡਿਮਾਂਡ ਕਰਦੇ ਪਏ ਨੇ ਉਹ ਕੰਪਲੀਟ ਕਰ ਸਕਣ। ਜਨਰਲੀ ਬੇਟੇ ਦੇਰ ਆਰ ਚੈਪਟਰ ਨੰਬਰ 6 ਸਟਾਫਿੰਗ, ਇੱਥੇ ਤੁਹਾਡੇ ਕੋਲ ਟੋਪਿਕ ਆ ਟ੍ਰੇਨਿੰਗ ਐਂਡ ਡਿਵੈਲਪਮੈਂਟ। ਓਕੇ, ਫਸਟ ਆਫ ਆਲ ਟ੍ਰੇਨਿੰਗ ਦਾ ਮਤਲਬ ਤਾਂ ਹੁੰਦਾ ਹੈ ਕਿ ਟ੍ਰੇਨਿੰਗ ਪ੍ਰੋਵਾਈਡ ਕਰਵਾਉਣੀ ਬਾਏ ਦਾ ਸੁਪੀਰੀਅਰ ਟੂ ਦਾ ਸਬਆਰਡੀਨੇਟ, ਕਿ ਵਰਕ ਜਿਹੜਾ ਉਹ ਕਿਸ ਤਰੀਕੇ ਨਾਲ ਕਿਹੜੇ ਸਰਕਮਸਟਾਂਸਿਸ ਦੇ ਵਿੱਚ ਕਰਨਾ ਹੈ। ਓਕੇ, ਬਟ ਡਿਵੈਲਪਮੈਂਟ ਕੀ ਹੁੰਦਾ ਹੈ? ਡਿਵੈਲਪਮੈਂਟ ਰੈਫਰ ਟੂ ਦਾ ਓਵਰਆਲ ਗਰੋਥ ਆਫ ਦਾ ਇੰਪਲੋਈ, ਉਹਨਾਂ ਦੀ ਪਰਸਨਲ ਗਰੋਥ ਕਰਨਾ, ਉਹਨਾਂ ਨੂੰ ਡਿਵੈਲਪ ਕਰਨਾ, ਮਤਲਬ ਉਹਨਾਂ ਨੂੰ ਉਹਨਾਂ ਦੀ ਫਿਜ਼ੀਕਲੀ ਅਤੇ ਉਹਨਾਂ ਦੀ ਮੈਂਟਲੀ, ਓਕੇ, ਉਹਨਾਂ ਦੀ ਪਰਸਨੈਲਿਟੀ ਡਿਵੈਲਪ ਕਰਨ ਨੂੰ ਕੀ ਕਿਹਾ ਜਾਂਦਾ ਹੈ? ਡਿਵੈਲਪਮੈਂਟ। ਬਟ ਇਟ ਫੋਕਸ ਔਨ ਪਰਸਨਲ ਗਰੋਥ ਐਂਡ ਸਕਸੈਸਫੁਲ ਇੰਪਲੋਈ ਡਿਵੈਲਪਮੈਂਟ। ਓਕੇ, ਸੋ ਡਿਵੈਲਪਮੈਂਟ ਇਜ਼ ਮੱਚ ਵਾਈਡਰ ਕੰਸੈਪਟ ਐਜ਼ ਕੰਪੇਅਰ ਟੂ ਟ੍ਰੇਨਿੰਗ। ਡਿਵੈਲਪਮੈਂਟ ਜਿਹੜਾ ਆ ਉਹ ਟ੍ਰੇਨਿੰਗ ਤੋਂ ਬਹੁਤ ਇੰਪੋਰਟੈਂਟ ਅਤੇ ਬਹੁਤ ਵਾਈਡ ਜਿਹੜਾ ਹੈ ਤੁਹਾਡਾ ਕਨਸੈਪਟ ਆ। ਓਕੇ, ਸੋ ਲੈਟ ਅਸ ਸਟਾਰਟ ਦਾ ਟ੍ਰੇਨਿੰਗ ਐਂਡ ਡਿਵੈਲਪਮੈਂਟ। ਦਿਸ ਇਜ਼ ਦਾ ਕਨਸੈਪਟ ਆਫ ਟ੍ਰੇਨਿੰਗ ਐਂਡ ਡਿਵੈਲਪਮੈਂਟ। ਦੇਖੋ ਬੇਟੇ, ਟ੍ਰੇਨਿੰਗ ਦੇ ਵਿੱਚ ਤੁਹਾਡੇ ਕੋਲ ਕੀ ਹੋਏਗਾ? ਪਰਸਨ ਨੂੰ ਟ੍ਰੇਨਿੰਗ ਦਿੱਤੀ ਜਾਏਗੀ। ਓਕੇ, ਲਾਈਕ ਦੈਟ ਕਿ ਕੋਈ ਇੱਕ ਪਰਸਨ ਸੁਪੀਰੀਅਰ ਜਿਹੜਾ ਆ ਆਪਣੇ ਸਬਆਰਡੀਨੇਟਸ ਨੂੰ ਟ੍ਰੇਨਿੰਗ ਪ੍ਰੋਵਾਈਡ ਕਰਵਾਏਗਾ ਦੈਟ ਕਿਸ ਤਰੀਕੇ ਨਾਲ ਆਪਣੇ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਨਾ ਹੈ। ਓਕੇ, ਐਂਡ ਡਿਵੈਲਪਮੈਂਟ ਇਜ਼ ਦੈਟ, ਡਿਵੈਲਪਮੈਂਟ ਮੀਨਸ ਕਿ ਤੁਸੀਂ ਲੋਅਰ ਲੈਵਲ ਤੋਂ ਉਹਨੂੰ ਟੌਪ ਲੈਵਲ ਤੱਕ ਕਿਵੇਂ ਪਹੁੰਚਾਉਣਾ ਹੈ with the help of training. Development means personality development. Development means growth of the employee, overall growth of the employee. Okay, so bete, for example, if an accountant is sent to learn the new software for accounting to prepare the book of account more fast and accurate, this is called training. ਜਦੋਂ ਅਸੀਂ ਕਿਸੇ ਅਕਾਊਂਟੈਂਟ ਨੂੰ ਸੌਫਟਵੇਅਰ ਪ੍ਰੋਵਾਈਡ ਕਰਵਾਉਂਦੇ ਹਾਂ ਕਿ ਤੁਸੀਂ ਆਪਣੀਆਂ ਫਾਸਟ ਅਤੇ ਐਕੂਰੇਟ ਬੁੱਕਸ ਆਫ ਅਕਾਊਂਟਸ ਜਿਹੜੀਆਂ ਪ੍ਰਪੇਅਰ ਕਰ ਸਕਦੇ ਹੋ, ਉਹਨੂੰ ਕੀ ਕਿਹਾ ਜਾਂਦਾ ਹੈ? ਟ੍ਰੇਨਿੰਗ। ਬਟ ਵੇਅਰ ਐਜ਼ ਇਫ ਹੀ ਇਜ਼ ਸੈਂਟ ਫॉर ਓਰੀਐਂਟੇਸ਼ਨ ਪ੍ਰੋਗਰਾਮ ਟੂ ਇੰਪਰੂਵ ਹਿਜ਼ ਮੋਟੀਵੇਸ਼ਨ ਕੰਸੈਪਚੁਅਲ ਸਕਿੱਲ, ਦੈਨ ਦਿਸ ਇਜ਼ ਕਾਲਡ ਡਿਵੈਲਪਮੈਂਟ। ਅਗਰ ਅਸੀਂ ਉਹਨੂੰ ਸੌਫਟਵੇਅਰ ਪ੍ਰੋਵਾਈਡ ਕਰਵਾ ਦਿੰਦੇ ਹਾਂ, ਓਕੇ, ਅਸੀਂ ਉਹਨੂੰ ਟ੍ਰੇਨ ਕਰ ਦਿੰਦੇ ਕਿ ਇਸ ਤਰੀਕੇ ਨਾਲ ਤੁਸੀਂ ਵਰਕ ਕਰਨਾ, ਦੈਟ ਆਰ ਕਾਲਡ ਟ੍ਰੇਨਿੰਗ। ਬਟ ਅਗਰ ਅਸੀਂ ਆਪਣੇ ਇੰਪਲੋਈ ਨੂੰ ਓਰੀਐਂਟੇਸ਼ਨ ਪ੍ਰੋਗਰਾਮ, ਓਰੀਐਂਟੇਸ਼ਨ ਕੀ ਹੁੰਦਾ ਹੈ ਰਾਜੇ? ਕਿਸੇ ਨਾਲ ਜਾਣ ਪਹਿਚਾਣ ਕਰਵਾਉਣੀ। ਓਰੀਐਂਟੇਸ਼ਨ ਪ੍ਰੋਗਰਾਮ ਵਾਸਤੇ ਭੇਜਦੇ ਹਾਂ ਕਿਸੇ ਟ੍ਰੇਨਿੰਗ ਪ੍ਰੋਗਰਾਮ ਦੇ ਉੱਪਰ, ਤਾਂ ਉਹਦੇ ਨਾਲ ਤੁਹਾਡਾ ਇੰਪਲੋਈ ਜਿਹੜਾ ਉਹ ਮੋਟੀਵੇਟ ਵੀ ਹੋਏਗਾ ਅਤੇ ਉਹਦੀਆਂ ਸਕਿੱਲਸ ਵੀ ਡਿਵੈਲਪ ਹੋਣਗੀਆਂ, ਦੈਟ ਆਰ ਕਾਲਡ ਡਿਵੈਲਪਮੈਂਟ। ਉਸ ਤੋਂ ਬਾਅਦ ਬੇਟਾ ਜੀ ਆਉਂਦਾ ਤੁਹਾਡੇ ਕੋਲ ਟ੍ਰੇਨਿੰਗ। ਟ੍ਰੇਨਿੰਗ, ਵਾਟ ਡੂ ਯੂ ਮੀਨ ਬਾਏ ਟ੍ਰੇਨਿੰਗ? ਅਗਰ ਅਸੀਂ ਵੇਖੀਏ ਤਾਂ ਟ੍ਰੇਨਿੰਗ ਦਾ ਮਤਲਬ ਹੁੰਦਾ ਹੈ ਟ੍ਰੇਨਿੰਗ ਇਜ਼ ਦਾ ਐਕਟ ਆਫ increasing the knowledge and technical skill of an employee for doing a particular job effectively. ਟ੍ਰੇਨਿੰਗ ਇੱਕ ਉਹ ਐਕਟ ਆ ਜਿਹਦੇ ਵਿੱਚ ਅਸੀਂ ਆਪਣੇ ਇੰਪਲੋਈ ਦੀ ਨੌਲੇਜ ਅਤੇ ਉਹਦੀਆਂ ਸਕਿੱਲਸ ਨੂੰ ਇੰਪਰੂਵ ਕਰਦੇ ਹਾਂ ਸੋ ਦੈਟ ਕਿ ਉਹ ਆਪਣੀ ਜੋਬ ਨੂੰ ਵੀ ਇਫੈਕਟਿਵਲੀ ਨਿਭਾ ਸਕੇ। ਬੋਥ ਐਗਜ਼ਿਸਟਿੰਗ ਇੰਪਲੋਈ ਐਂਡ ਨਿਊ ਇੰਪਲੋਈ ਗੈਟ acquainted with their jobs and this increase job related skills। ਤੇ ਦੋਨੋਂ ਹੀ ਇੰਪਲੋਈ, ਚਾਹੇ ਉਹ ਨਿਊ ਹੋਣ ਅਤੇ ਚਾਹੇ ਉਹ ਓਲਡ ਹੋਣ, ਦੋਵਾਂ ਨੂੰ ਹੀ ਅਸੀਂ ਜੋਬ ਜਿਹੜੀ ਆ ਪ੍ਰੋਵਾਈਡ ਕਰਵਾਉਂਦੇ ਹਾਂ ਸੋ ਦੈਟ ਉਹ ਆਪਣੀ ਜੋਬ ਦੇ ਰਿਲੇਟਡ ਸਕਿੱਲਸ ਨੂੰ ਇਨਕਰੀਜ਼ ਕਰ ਸਕਣ। ਓਕੇ, ਨਾਓ ਨੈਕਸਟ ਦੈਟ ਇਜ਼ ਡਿਵੈਲਪਮੈਂਟ। ਡਿਵੈਲਪਮੈਂਟ ਕੀ ਹੁੰਦਾ ਬੇਟਾ ਜੀ? ਡਿਵੈਲਪਮੈਂਟ ਇਟ ਰੈਫਰ ਟੂ ਓਵਰਆਲ ਗਰੋਥ ਆਫ ਇੰਪਲੋਈ, ਇਟ ਫੋਕਸ ਔਨ ਪਰਸਨਲ ਗਰੋਥ ਐਂਡ ਸਕਸੈਸਫੁਲ ਇੰਪਲੋਈ ਡਿਵੈਲਪਮੈਂਟ। ਡਿਵੈਲਪਮੈਂਟ ਦਾ ਮਤਲਬ ਹੁੰਦਾ ਆ ਕਿ ਓਵਰਆਲ ਗਰੋਥ ਕਰਨੀ ਇੰਪਲੋਈ ਦੀ, ਅਤੇ ਫੋਕਸ ਕਾਹਦੇ 'ਤੇ ਹੁੰਦਾ ਕਿ ਉਹਦੀ ਪਰਸਨਲੀ ਗਰੋਥ ਹੋਵੇ ਅਤੇ ਉਹ ਇੰਪਲੋਈ ਜਿਹੜਾ ਫਿਊਚਰ ਦੇ ਵਿੱਚ ਸਕਸੈਸਫੁਲ ਹੋਵੇ, ਦੈਟ ਆਰ ਕਾਲਡ ਡਿਵੈਲਪਮੈਂਟ। ਨਾਓ ਲੈਟ ਅਸ ਸਟਾਰਟ ਵਿਦ ਨੀਡਸ ਫॉर ट्रेनिंग एंड डेवलपमेंट।
ਨੀਡਸ ਫॉर ਟ੍ਰੇਨਿੰਗ ਐਂਡ ਡਿਵੈਲਪਮੈਂਟ, ਕਿਹੜੀਆਂ ਜ਼ਰੂਰਤਾਂ ਸਾਨੂੰ ਟ੍ਰੇਨਿੰਗ ਤੇ ਡਿਵੈਲਪਮੈਂਟ ਵਾਸਤੇ ਪੈਂਦੀਆਂ ਨੇ। ਐਂਡ ਅਸੀਂ ਸਭ ਤੋਂ ਪਹਿਲਾਂ ਕੀ ਕਰਾਂਗੇ, ਬੈਨੀਫਿਟ ਆਫ ਆਰਗੇਨਾਈਜੇਸ਼ਨ, ਸਾਡੀ ਟ੍ਰੇਨਿੰਗ ਐਂਡ ਡਿਵੈਲਪਮੈਂਟ ਦਾ ਬੈਨੀਫਿਟ ਆਰਗੇਨਾਈਜੇਸ਼ਨ ਨੂੰ ਕੀ ਮਿਲਦਾ। ਫਸਟ ਆਫ ਆਲ, reduce learning time. A trained employee take less time in learning the job as compared than untrained employee. Reduce learning time हो जाता बेटे, जो trained person ਹੁੰਦਾ ना ਉਹ ਆਪਣੀ ਜੋਬ ਨੂੰ ਈਜ਼ੀਲੀ ਮਤਲਬ ਈਜ਼ੀਲੀ ਐਕਵਾਇਰ ਕਰ ਲੈਂਦਾ ਐਜ਼ ਕੰਪੇਅਰ ਦੈਨ ਅਨਟ੍ਰੇਨਡ ਇੰਪਲੋਈ। ਉਹਨੂੰ ਪਤਾ ਹੁੰਦਾ ਕਿ ਅਸੀਂ ਪ੍ਰੋਡਕਟੀਵਿਟੀ ਜਿਹੜੀ ਆ ਉਹਨੂੰ ਕਿੱਦਾਂ ਇਨਕਰੀਜ਼ ਕਰਨਾ ਹੈ ਅਤੇ ਰਿਸੋਰਸਿਸ ਜਿਹੜੇ ਵੇਸਟ ਹੋ ਰਹੇ ਨੇ ਉਹਨਾਂ ਨੂੰ ਅਸੀਂ ਕਿਵੇਂ ਲੈਸ ਕਰਨਾ। ਓਕੇ, ਸੈਕਿੰਡ ਦੈਟ ਇਜ਼ ਅ ਬੈਟਰ ਪਰਫੋਰਮੈਂਸ। ਜਿਹੜਾ ਟ੍ਰੇਨਡ ਇੰਪਲੋਈ ਹੋਏਗਾ ਨਾ ਬੇਟੇ, ਉਹਦੀ ਪਰਫੋਰਮੈਂਸ ਹਮੇਸ਼ਾ ਅਨਟ੍ਰੇਨਡ ਇੰਪਲੋਈ ਤੋਂ ਬੈਟਰ ਹੋਏਗੀ। ਉਹਦਾ ਕੁਆਲਿਟੀ ਆਫ ਵਰਕ ਕੈਪੇਬਿਲਿਟੀ ਜਿਹੜੀ ਉਹਦੀ ਐਜ਼ ਕੰਪੇਅਰ ਦੈਨ ਅਨਟ੍ਰੇਨਡ ਪੀਪਲ ਇੰਪਲੋਈ ਵਧੀਆ ਹੋਏਗੀ। ਓਕੇ, ਉਹ ਜਾਣਦਾ ਹੋਏਗਾ ਕਿ ਮੈਂ ਆਪਣੀ ਅਸਾਈਨ ਜੋਬ ਨੂੰ ਕਿਸ ਤਰੀਕੇ ਨਾਲ ਇੰਪਰੂਵ ਕਰਨਾ ਆ, ਵਰਕ ਕਰਨਾ ਹੈ ਅਤੇ ਆਪਣੀ ਪਰਫੋਰਮੈਂਸ ਕਿਵੇਂ ਇੰਪਰੂਵ ਕਰਨੀ ਹੈ। ਓਕੇ, ਦੈਨ ਐਟੀਟਿਊਡ ਫਾਰਮੇਸ਼ਨ। ਜਦੋਂ ਬੇਟੇ ਅਸੀਂ ਆਪਣੇ ਇੰਪਲੋਈ ਨੂੰ ਟ੍ਰੇਨਿੰਗ ਪ੍ਰੋਵਾਈਡ ਕਰਵਾਉਂਦੇ ਹਾਂ ਅਤੇ ਉਹਦੇ ਵਿੱਚ ਮੇਨ ਸਾਡਾ ਫੋਕਸ ਕਾਹਦੇ 'ਤੇ ਹੁੰਦਾ ਆ, ਮੋਲਡ ਦਾ ਬਿਹੇਵੀਅਰ ਆਫ ਦਾ ਇੰਪਲੋਈ ਟੂਵਰਡ ਦਾ ਆਰਗੇਨਾਈਜੇਸ਼ਨ, ਕਿ ਉਹ ਆਰਗੇਨਾਈਜੇਸ਼ਨ ਦੇ ਪ੍ਰਤੀ ਆਪਣਾ ਐਟੀਟਿਊਡ ਜਿਹੜਾ ਉਹਨੂੰ ਪੋਜ਼ੀਟਿਵ ਰੱਖੇ। ਓਕੇ, ਅਤੇ ਮੋਟੀਵੇਸ਼ਨ ਦੈਮ ਟੂ ਬੀ ਰੈਡੀ ਟੂ ਟੇਕ ਦਾ ਇਨੀਸ਼ੀਏਟਿਵ ਐਂਡ ਰਿਜ਼ਲਟ ਇਨ ਬੈਟਰ ਸਪੋਰਟ ਐਂਡ ਕੋਆਪਰੇਸ਼ਨ ਅਮੰਗ ਦਾ ਇੰਪਲੋਈ, ਜਿਹਦੇ ਨਾਲ ਬੇਟੇ ਉਹਨਾਂ ਦੀ ਕੋਆਪਰੇਸ਼ਨ ਜਿਹੜੀ ਹੈ ਬਾਕੀ ਇੰਪਲੋਈਜ਼ ਦੇ ਨਾਲ ਵੀ ਜ਼ਿਆਦਾ ਹੋ ਜਾਂਦੀ। ਓਕੇ, ਐਟੀਟਿਊਡ ਪੋਜ਼ੀਟਿਵ ਸ਼ੋ ਕਰਦੇ ਆ ਜਿਹੜੇ ਟ੍ਰੇਨਡ ਇੰਪਲੋਈ ਹੁੰਦੇ ਆ ਟੂਵਰਡ ਦਾ ਆਰਗੇਨਾਈਜੇਸ਼ਨ। ਨੈਕਸਟ, ਏਡਸ ਇਨ ਔਰ ਹੈਲਪ ਇਨ ਸੋਲਵਿੰਗ ਆਪਰੇਸ਼ਨਲ ਪ੍ਰੋਬਲਮ। ਦੇਖੋ ਬੇਟੇ, ਜਦੋਂ ਐਕਟੀਵਿਟੀਜ਼ ਜਿਹੜੀਆਂ ਆਰਗੇਨਾਈਜੇਸ਼ਨ ਦੇ ਵਿੱਚ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨਾ, ਉਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ, ਐਬਸੈਂਟੀਜ਼ ਦੀ, ਵੇਸਟੇਜ ਆਫ ਰਿਸੋਰਸਿਸ ਦੀ, ਡਿਸਸੈਟਿਸਫੈਕਸ਼ਨ ਆਫ ਇੰਪਲੋਈ ਦੀ, ਲੈਕ ਆਫ ਟੀਮ ਵਰਕ ਦੀ। ਓਕੇ, ਬਟ ਜਦੋਂ ਟ੍ਰੇਨਿੰਗ ਪ੍ਰੋਵਾਈਡ ਕਰਵਾਈ ਜਾਂਦੀ ਹੈ ਸੁਪੀਰੀਅਰ ਦੇ ਦੁਆਰਾ ਟੂ ਦਾ ਸਬਆਰਡੀਨੇਟ, ਅਤੇ ਉਹਦੇ ਨਾਲ ਬੇਟੇ ਹਮੇਸ਼ਾ ਇਹ ਜਿਹੜੀਆਂ ਪ੍ਰੋਬਲਮ ਉਹਨਾਂ ਨੂੰ ਅਵੋਇਡ ਕੀਤਾ ਜਾਂਦਾ ਹੈ। ਓਕੇ, ਸੋ ਲੈਟ ਅਸ ਸਟਾਰਟ ਵਿਦ ਨੈਕਸਟ ਪੁਆਇੰਟ, ਦੈਟ ਇਜ਼ ਅ ਮੈਨੇਜਿੰਗ ਮੈਨ ਪਾਵਰ ਨੀਡਸ। ਕੁਛ ਆਰਗੇਨਾਈਜੇਸ਼ਨ ਜਿਹੜੀਆਂ ਆ ਉਹ ਆਪਣੀ ਪ੍ਰੋਡਕਟੀਵਿਟੀ ਨੂੰ ਕਿਸ ਤਰੀਕੇ ਨਾਲ ਸਪੈਸ਼ਲ ਬਣਾਉਂਦੀਆਂ ਨੇ, ਆਪਣੇ ਸਟਾਫ ਨੂੰ, ਮਤਲਬ ਉਹ ਆਪਣਾ ਸਟਾਫ ਜਿਹੜਾ ਉਹਨੂੰ ਪਹਿਲਾਂ ਟ੍ਰੇਨਡ ਕਰਵਾਉਂਦੀਆਂ ਨੇ। ਓਕੇ, ਅਤੇ ਉਹ ਕੀ ਸੋਚਦੀਆਂ ਨੇ ਕਿ ਅਗਰ ਸਾਡੇ ਕੋਲ ਅਨਟ੍ਰੇਨਡ ਪੀਪਲ ਆਉਂਦੇ ਨੇ ਅਤੇ ਅਸੀਂ ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕਰਵਾਵਾਂਗੇ ਅਤੇ ਅਕੋਰਡਿੰਗ ਟੂ ਟ੍ਰੇਨਿੰਗ ਉਹ ਸਾਡੀਆਂ ਆਰਗੇਨਾਈਜੇਸ਼ਨ ਦੀਆਂ ਮੈਨ ਪਾਵਰ ਰਿਕੁਆਇਰਮੈਂਟਸ ਨੂੰ ਸੋਲਵ ਕਰਨਗੇ। ਮਤਲਬ ਅਸੀਂ ਪਹਿਲਾਂ ਇੰਪਲੋਈ ਦੀ ਰਿਕਰੂਟਮੈਂਟ ਕਰਾਂਗੇ, ਉਹਨਾਂ ਨੂੰ ਅਸੀਂ ਕੀ ਕਰਵਾਵਾਂਗੇ, ਟ੍ਰੇਨਿੰਗ ਪ੍ਰੋਵਾਈਡ ਕਰਵਾਵਾਂਗੇ ਰਿਗਾਰਡਿੰਗ ਦਾ ਆਰਗੇਨਾਈਜੇਸ਼ਨਲ ਇਨਵਾਇਰਮੈਂਟ, ਅਤੇ ਉਸ ਤਰੀਕੇ ਨਾਲ ਉਹਨਾਂ ਨੂੰ ਅਸੀਂ ਟ੍ਰੇਨਡ ਕਰਕੇ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਆਪਣੀਆਂ ਮੈਨ ਪਾਵਰ ਰਿਕੁਆਇਰਮੈਂਟ ਪ੍ਰੋਬਲਮਸ ਨੂੰ ਕੰਪਲੀਟ ਕਰਾਂਗੇ। ਓਕੇ, ਸੋ ਨੈਕਸਟ ਦੈਟ ਇਜ਼ ਹੈਲਪ ਟੂ ਅਡੋਪਟ ਚੇਂਜਿਸ। ਅਗਰ ਟ੍ਰੇਨਿੰਗ ਦਿੱਤੀ ਹੋਏਗੀ ਇੰਪਲੋਈ ਨੂੰ ਅਤੇ ਉਹ ਹਮੇਸ਼ਾ ਜਿਹੜੀਆਂ ਆਉਣ ਵਾਲੀਆਂ ਚੇਂਜਿਸ ਆ ਆਰਗੇਨਾਈਜੇਸ਼ਨ ਦੇ ਵਿੱਚ ਉਹਨਾਂ ਨੂੰ ਅਡੋਪਟ ਈਜ਼ੀਲੀ ਕਰ ਪਾਏਗਾ। ਓਕੇ, ਨਾਓ ਨੈਕਸਟ ਦੈਟ ਇਜ਼ ਅ ਬੈਨੀਫਿਟ ਆਫ ਫਾਰ ਇੰਪਲੋਈ। ਅਸੀਂ ਪਹਿਲਾਂ ਕੀਤਾ ਸੀ ਕਿ ਆਰਗੇਨਾਈਜੇਸ਼ਨ ਨੂੰ ਕੀ ਬੈਨੀਫਿਟ ਹੁੰਦੇ ਨੇ। ਆਰਗੇਨਾਈਜੇਸ਼ਨ ਦੀ ਵਰਕਿੰਗ ਕੰਡੀਸ਼ਨ ਜਿਹੜੀਆਂ ਵਧੀਆ ਹੋ ਜਾਂਦੀਆਂ ਨੇ, ਹਾਇਰ ਪ੍ਰੋਡਕਟੀਵਿਟੀ ਹੋ ਜਾਂਦੀ ਹੈ, ਕੁਆਲਿਟੀ ਆਫ ਲਰਨਿੰਗ ਹੋ ਜਾਂਦੀ ਆ। ਓਕੇ, ਸੋ ਨੈਕਸਟ ਆ ਬੈਨੀਫਿਟ ਟੂ ਦਾ ਇੰਪਲੋਈ, ਜਿਹਦੇ ਵਿੱਚ ਫਸਟ ਪੁਆਇੰਟ ਆਉਂਦਾ ਹੈ ਬੈਟਰ ਕੈਰੀਅਰ ਆਪਸ਼ਨ। ਜਦੋਂ ਅਸੀਂ ਟ੍ਰੇਨਿੰਗ ਪ੍ਰੋਵਾਈਡ ਕਰਵਾਉਂਦੇ ਹਾਂ ਇੰਪਲੋਈਜ਼ ਨੂੰ, ਉਹਦੇ ਨਾਲ ਉਹਨਾਂ ਦੀ ਸਕਿੱਲਸ ਅਤੇ ਨੌਲੇਜ ਜਿਹੜੀਆਂ ਉਹ ਬੈਟਰ ਹੋ ਜਾਂਦੀਆਂ ਨੇ ਐਜ਼ ਕੰਪੇਅਰ ਦੈਨ ਪ੍ਰੀਵੀਅਸ ਨੌਲੇਜ। ਓਕੇ, ਸੋ ਨੈਕਸਟ ਦੈਟ ਇਜ਼ ਅਰਨਿੰਗ ਮੋਰ। ਜਦੋਂ ਬੇਟੇ ਉਹ ਟ੍ਰੇਨਡ ਹੋਣਗੇ, ਉਹਨਾਂ ਦੀ ਐਫੀਸ਼ੀਐਂਸੀ ਇੰਪਰੂਵ ਹੋ ਜਾਏਗੀ, ਤਾਂ ਐਫੀਸ਼ੀਐਂਸੀ ਇੰਪਰੂਵ ਹੋਣ ਦੇ ਨਾਲ ਉਹ ਕੁਆਲਿਟੀ ਵਰਕ ਬੈਟਰ ਕਰ ਲੈਣਗੇ, ਜਿਨ੍ਹਾਂ ਦੇ ਨਾਲ ਉਹਨਾਂ ਦੀ ਪੇ ਸਕੇਲ ਵੀ ਵੱਧ ਸਕਦਾ ਹੈ। ਬੂਸਟ ਆਫ ਦਾ ਮੋਰੇਲ ਆਫ ਦਾ ਇੰਪਲੋਈ। ਦੇਖੋ, ਟ੍ਰੇਨਿੰਗ ਜਿਹੜੀ ਆ ਹਮੇਸ਼ਾ ਇਨਕਰੀਜ਼ ਕਰਦੀ ਹੈ ਸੈਟਿਸਫੈਕਸ਼ਨ ਐਂਡ ਮੋਰਲ ਆਫ ਦਾ ਇੰਪਲੋਈ, ਕਿ ਉਹਨਾਂ ਨੇ ਕੰਮ ਜਿਹੜਾ ਉਹਨੂੰ ਆਪਣਾ ਵਧੀਆ ਤਰੀਕੇ ਨਾਲ ਕਿਵੇਂ ਕਰਨਾ ਹੈ। ਆਫਟਰ ਦੈਟ ਲੈਸ ਚਾਂਸ ਆਫ ਐਕਸੀਡੈਂਟ। ਟ੍ਰੇਨਿੰਗ ਦੇ ਨਾਲ ਕੋਈ ਵੀ ਗਲਤ ਕੰਮ ਹੋਣ ਦਾ ਚਾਂਸ ਨਹੀਂ ਰਹਿੰਦਾ, ਹਰ ਇੱਕ ਪਰਸਨ ਆਪਣਾ ਵਰਕ ਜਿਹੜਾ ਉਹਨੂੰ ਪ੍ਰੋਪਰ ਮੈਨਰ ਦੇ ਨਾਲ ਕਰ ਪਾਏਗਾ। ਓਕੇ, ਨਾਓ these are the needs of the training and development. Next that is the methods of training and development. Here bete
ਮੈਥਡਸ ਆਫ ਟ੍ਰੇਨਿੰਗ ਐਂਡ ਡਿਵੈਲਪਮੈਂਟ ਦੇ ਵਿੱਚ ਤੁਹਾਡੇ ਕੋਲ ਕਿੰਨੇ ਆਉਂਦੇ ਨੇ? ਫਸਟ ਆਫ ਆਲ ਔਨ ਦਾ ਜੌਬ ਟ੍ਰੇਨਿੰਗ ਐਂਡ ਆਫ ਦਾ ਜੌਬ ਟ੍ਰੇਨਿੰਗ। ਔਨ ਦਾ ਜੌਬ ਟ੍ਰੇਨਿੰਗ ਮੀਨਸ ਜਦੋਂ ਅਸੀਂ ਇੰਪਲੋਈਜ਼ ਨੂੰ ਵਾਈਲ ਵਰਕਿੰਗ ਮਤਲਬ ਜੌਬ ਦੇ ਵਿੱਚ ਹੀ ਉਹਨੂੰ ਟੈਕਨੀਕਸ ਪ੍ਰੋਵਾਈਡ ਕਰਵਾਉਂਦੇ ਹਾਂ, ਉਹਦੀ ਪ੍ਰੈਕਟਿਸ ਕਰਵਾਉਂਦੇ ਹਾਂ ਡਿਊਰਿੰਗ ਦਾ ਜੌਬ, ਮਤਲਬ ਉਹ ਆਪਣੇ ਰਿਸੋਰਸਿਸ ਨੂੰ ਵੇਸਟ ਨਾ ਕਰ ਪਾਵੇ, ਉਹਨੂੰ ਕੀ ਕਿਹਾ ਜਾਂਦਾ? ਆਫ ਦਾ ਜੌਬ, ਔਨ ਦਾ ਜੌਬ ਟ੍ਰੇਨਿੰਗ। ਮਤਲਬ ਜਦੋਂ ਅਸੀਂ ਉਹਨੂੰ ਵਰਕਿੰਗ ਆਵਰਸ ਦੇ ਵਿੱਚ ਹੀ ਟ੍ਰੇਨਿੰਗ ਜਿਹੜੀ ਆ ਪ੍ਰੋਵਾਈਡ ਕਰਵਾਉਂਦੇ ਹਾਂ। ਬਟ ਆਫ ਦਾ ਜੌਬ ਟ੍ਰੇਨਿੰਗ ਕੀ ਹੁੰਦਾ ਹੈ? ਜਦੋਂ ਅਸੀਂ ਉਹਨਾਂ ਨੂੰ ਇੱਕ ਡੁਪਲੀਕੇਟ ਇਨਵਾਇਰਮੈਂਟ ਪ੍ਰੋਵਾਈਡ ਕਰਵਾਉਂਦੇ ਹਾਂ ਰਿਗਾਰਡਿੰਗ ਦਾ ਆਰਗੇਨਾਈਜੇਸ਼ਨ, ਅਤੇ ਉਹਨਾਂ ਨੂੰ ਕੰਮ ਤੋਂ ਬਾਅਦ ਟ੍ਰੇਨਿੰਗ ਜਿਹੜੀ ਪ੍ਰੋਵਾਈਡ ਕਰਵਾਈ ਜਾਂਦੀ ਹੈ, ਦੈਟ ਆਰ ਕਾਲਡ ਆਫ ਦਾ ਜੌਬ ਟ੍ਰੇਨਿੰਗ। ਨਾਓ ਲੈਟ ਅਸ ਸਟਾਰਟ ਵਿਦ ਦਾ ਮੈਥ ਔਨ ਦਾ ਜੌਬ ਟ੍ਰੇਨਿੰਗ। ਔਨ ਦਾ ਜੌਬ ਟ੍ਰੇਨਿੰਗ ਦੇ ਵਿੱਚ ਬੇਟੇ ਤੁਹਾਡੇ ਕੋਲ 3 ਪ੍ਰੋਗਰਾਮਸ ਆਉਂਦੇ, ਦੈਟ ਅਪ੍ਰੈਂਟਾਈਸਸ਼ਿਪ ਪ੍ਰੋਗਰਾਮ ਐਂਡ ਇੰਟਰਨਸ਼ਿਪ ਪ੍ਰੋਗਰਾਮ, ਇੰਡਕਸ਼ਨ ਔਰ orientation. First of all, apprenticeship program ਜਿਹਦੇ ਵਿੱਚ ਬੇਟੇ ਤੁਹਾਡੀ ਜਿਹੜੀ ਜੌਬ ਆ ਉਹਨੂੰ ਤੁਸੀਂ ਕੀ ਕਰੋਗੇ? ਜਨਰਲੀ ਇਹਦੇ ਵਿੱਚ ਕੀ ਕੀਤਾ ਜਾਂਦਾ ਆ? ਵਰਕਰ ਸੀਕਿੰਗ ਟੂ ਐਂਟਰ ਸਕਿੱਲ ਜੌਬ ਐਂਡ ਸੈਂਡ ਫॉर ਅ training program which is an on the job method. In the apprenticeship program, a master worker or a trainer is appointed who guide the worker or learner regarding the skill of job. ਬੇਟੇ ਜਨਰਲੀ ਅਪ੍ਰੈਂਟਾਈਸਸ਼ਿਪ ਪ੍ਰੋਗਰਾਮ ਜਿਹੜੇ ਹੁੰਦੇ ਨੇ ਇਹਨਾਂ ਦੇ ਵਿੱਚ ਤੁਹਾਡੇ ਜਿਹੜੀ ਟ੍ਰੇਨਰਸ ਨੇ ਉਹ ਸਾਨੂੰ ਹਾਇਰ ਕਰਨੇ ਪੈਂਦੇ ਨੇ। ਓਕੇ, ਉਹ ਪਹਿਲਾਂ ਤਾਂ ਤੁਹਾਨੂੰ ਟ੍ਰੇਨਿੰਗ ਪ੍ਰੋਵਾਈਡ ਕਰਵਾਉਂਦੇ ਨੇ, ਠੀਕ। ਟ੍ਰੇਨਿੰਗ ਪ੍ਰੋਵਾਈਡ ਕਰਵਾਉਣ ਤੋਂ ਬਾਅਦ ਉਹ ਤੁਹਾਨੂੰ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਉਂਦੇ ਨੇ, ਫਿਰ ਉਹ ਤੁਹਾਨੂੰ ਕੰਮ ਕਰਨ ਵਾਸਤੇ ਕਹਿੰਦੇ ਨੇ, ਫਿਰ ਉਹ ਤੁਹਾਡਾ ਜੌਬ ਜਿਹੜੀ ਸਟੈਪ ਬਾਏ ਸਟੈਪ ਉਹ ਤੁਹਾਨੂੰ ਵਰਕ ਕਰਨ ਵਾਸਤੇ ਕਹਿੰਦੇ ਨੇ, ਅਤੇ ਈਵਨ ਉਹ ਤੁਹਾਨੂੰ ਓਬਜ਼ਰਵ ਕਰਦੇ ਨੇ। ਓਕੇ, ਸੋ ਕਿ ਤੁਸੀਂ ਜਿਹੜਾ ਕੰਮ ਆ ਉਹਨੂੰ ਕਿਸ ਤਰੀਕੇ ਨਾਲ ਕਰਦੇ ਪਏ ਹੋ। ਓਕੇ, ਇਟ ਇਜ਼ ਸੂਟੇਬਲ ਫॉर ਪੀਪਲ ਸੀਕਿੰਗ ਟੂ ਐਂਟਰ ਸਕਿੱਲ ਟ੍ਰੇਨ, ਫॉर ਐਗਜ਼ਾਮਪਲ ਪਲੰਬਰਸ, ਇਲੈਕਟ੍ਰੀਸ਼ੀਅਨਸ, ਆਇਰਨ ਵਰਕ ਐਕਸੈਟਰਾ। ਜਿਹੜੇ ਸਕਿੱਲਸ ਵਾਲੇ ਵਰਕ ਹੁੰਦੇ ਨਾ ਉਹਨਾਂ ਵਾਸਤੇ ਸਾਨੂੰ ਅਪ੍ਰੈਂਟਾਈਸਸ਼ਿਪ ਪ੍ਰੋਗਰਾਮਸ ਜਿਹੜੇ ਆ ਉਹ ਬਣਾਉਣੇ ਪੈਂਦੇ ਆ। ਓਕੇ, ਨਾਓ ਨੈਕਸਟ ਦੈਟ ਇਜ਼ ਆ ਇੰਟਰਨਸ਼ਿਪ। ਇੰਟਰਨਸ਼ਿਪ ਦਾ ਮਤਲਬ ਕੀ ਹੁੰਦਾ ਬੇਟੇ? ਤੁਸੀਂ ਪ੍ਰੋਫੈਸ਼ਨਲ ਇੰਪਲੋਈਜ਼ ਜਿਹੜਾ ਉਹ ਪ੍ਰੋਫੈਸ਼ਨਲ ਇੰਸਟੀਟਿਊਸ਼ਨਸ ਦੇ ਵਿੱਚ ਜਾਂਦੇ ਨੇ। ਪ੍ਰੋਫੈਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਉਹ ਵੇਰੀਅਸ ਟਾਈਪ ਆਫ ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਇਨਫੋਰਮੇਸ਼ਨ ਨੌਲੇਜ ਪ੍ਰੋਵਾਈਡ ਕਰਵਾਉਂਦੇ ਨੇ ਰਿਗਾਰਡਿੰਗ ਦਾ ਜੌਬ। ਓਕੇ, ਪ੍ਰੋਫੈਸ਼ਨ ਉਹਨਾਂ ਲਈ ਟ੍ਰੇਨਿੰਗ ਪ੍ਰੋਗਰਾਮ ਔਰਗਨਾਈਜ਼ ਕਰਦੇ ਨੇ, ਉਹਨਾਂ ਨੂੰ ਫਰੈਸ਼ ਆਈਡੀਆਜ਼ ਦਿੰਦੇ ਨੇ, ਲੇਟੈਸਟ ਨੌਲੇਜ ਦਿੰਦੇ ਨੇ। ਕੰਪਨੀਜ਼ ਜਿਹੜੀਆਂ ਉਹਨਾਂ ਨੂੰ ਬਹੁਤ ਸਭ ਤੋਂ ਪਹਿਲਾਂ ਜਦੋਂ ਕੰਪਨੀਜ਼ ਉਹਨਾਂ ਨੂੰ ਹਾਇਰ ਕਰਦੀਆਂ ਨੇ ਬਹੁਤ ਘੱਟ ਸੈਲਰੀ ਦਿੰਦੀਆਂ ਨੇ। ਓਕੇ, ਉਸ ਤੋਂ ਬਾਅਦ ਜਿਹੜੇ ਸਟੂਡੈਂਟ ਉਹਨਾਂ ਨੂੰ ਇੱਕ ਚਾਂਸ ਮਿਲ ਜਾਂਦਾ ਆ, ਮਤਲਬ ਉਹਨਾਂ ਨੂੰ ਇੱਕ ਵਰਕਿੰਗ ਸਿਚੁਏਸ਼ਨਸ ਮਿਲ ਜਾਂਦੀਆਂ ਨੇ, ਠੀਕ ਆ, ਉਹਨਾਂ ਨੂੰ ਚਾਂਸ ਮਿਲ ਜਾਂਦਾ ਵਰਕ ਦਾ, ਅਤੇ ਆਰਗੇਨਾਈਜੇਸ਼ਨ ਨੂੰ ਵੀ ਘੱਟ ਪੇ ਕਰਕੇ ਆਪਣਾ ਕੰਮ ਕਰਵਾਉਣ ਦਾ ਮੌਕਾ ਮਿਲ ਜਾਂਦਾ। ਇੰਟਰਨਸ਼ਿਪ ਮਤਲਬ ਜਦੋਂ ਡਿਊਰਿੰਗ ਦਾ ਨੌਲੇਜ, ਡਿਊਰਿੰਗ ਦਾ ਸਕੂਲਿੰਗ ਜਾਂ ਡਿਊਰਿੰਗ ਦਾ ਪੋਸਟ ਗ੍ਰੈਜੂਏਸ਼ਨ ਜਦੋਂ ਕੰਪਨੀਜ਼ ਜਿਹੜੀਆਂ ਆ ਉਹ ਸਟੂਡੈਂਟਸ ਨੂੰ ਵਰਕ ਪ੍ਰੋਵਾਈਡ ਕਰਵਾਉਂਦੀਆਂ ਨੇ 6 ਮੰਥ ਵਾਸਤੇ, ਦੈਟ ਆਰ ਕਾਲਡ ਇੰਟਰਨਸ਼ਿਪ। ਉਸ ਤੋਂ ਬਾਅਦ ਬੇਟੇ ਹੁੰਦਾ ਇੰਡਕਸ਼ਨ ਔਰ ਓਰੀਐਂਟੇਸ਼ਨ। ਆਪਾਂ ਪਹਿਲਾਂ ਵੀ ਕੀਤਾ ਸੀਗਾ। ਇੰਡਕਸ਼ਨ ਔਰ ਓਰੀਐਂਟੇਸ਼ਨ ਦਾ ਮਤਲਬ ਕੀ ਹੁੰਦਾ ਹੈ? ਦੈਟ ਆਰ ਪ੍ਰੋਸੈਸ ਆਫ ਰਿਸੀਵਿੰਗ ਐਂਡ ਵੈਲਕਮਿੰਗ ਐਨ EMPLOYEE when he first joined the company and giving him the basic information. ਓਕੇ, ਜਦੋਂ ਸਟਾਰਟਿੰਗ ਦੇ ਵਿੱਚ ਆਉਂਦਾ ਹੈ ਆਰਗੇਨਾਈਜੇਸ਼ਨ ਦੇ ਵਿੱਚ, ਅਤੇ ਉਹਨੂੰ ਸਾਰੀ ਦੀ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਉਣੀ ਰਿਗਾਰਡਿੰਗ ਦਾ ਆਰਗੇਨਾਈਜੇਸ਼ਨ, ਰਿਗਾਰਡਿੰਗ ਦਾ EMPLOYEE who work under that. Okay, information he need to settle down quickly and happily and start work. ਮਤਲਬ ਉਹਨਾਂ ਨੂੰ ਉਹਨਾਂ ਦੇ ਨਾਲ ਬਿਲਕੁਲ ਕੋਆਪਰੇਟ ਕਰਨਾ ਕਿ ਉਹ ਵਧੀਆ ਤਰੀਕੇ ਨਾਲ ਆਪਣਾ ਵਰਕ ਜਿਹੜਾ ਆ ਉਹਨੂੰ ਕਰ ਸਕਣ। ਉਸ ਤੋਂ ਬਾਅਦ ਬੇਟੇ ਤੁਹਾਡੇ ਕੋਲ ਆਉਂਦਾ ਹੈ ਆਫ ਦਾ ਜੌਬ ਟ੍ਰੇਨਿੰਗ, ਜਿਹਦੇ ਵਿੱਚ ਤੁਹਾਡੇ ਕੋਲ ਸਿਰਫ ਇੱਕ ਹੀ ਮੈਥਡ ਹੁੰਦਾ, ਦੈਟ ਆਰ ਕਾਲਡ ਕਲਾਸਰੂਮ ਲੈਕਚਰ ਔਰ ਵੀ ਕੈਨ ਸੇ ਦੈਟ ਵੈਸਟੀਬਲ ਸਕੂਲ। ਓਕੇ, ਜਿਹਦੇ ਵਿੱਚ ਤੁਹਾਨੂੰ ਇੱਕ ਮਤਲਬ ਤੁਹਾਨੂੰ ਐਕਸਪੈਂਸਿਵ ਮਸ਼ੀਨਸ ਨਹੀਂ, ਇੱਕ ਆਰਗੇਨਾਈਜੇਸ਼ਨ ਦੇ ਵੀ ਇਨਵਾਇਰਮੈਂਟ ਵਰਗਾ ਇਨਵਾਇਰਮੈਂਟ ਕ੍ਰੀਏਟ ਕਰਕੇ ਦਿੱਤਾ ਜਾਂਦਾ ਆ, ਜਿਹਦੇ ਵਿੱਚ ਮਸ਼ੀਨ ਦੇ ਡਮੀ ਮਾਡਲਸ ਰੱਖੇ ਜਾਂਦੇ ਆ, ਮਤਲਬ ਡੁਪਲੀਕੇਟ ਮਾਡਲਸ ਰੱਖੇ ਜਾਂਦੇ ਆ, ਸੋ ਦੈਟ ਤੁਹਾਨੂੰ ਉਹ ਆਪਰੇਟ ਕਰਨੀਆਂ ਸਿਖਾਈਆਂ ਜਾਣ। ਦੈਟ ਆਰ ਕਾਲਡ ਵੈਸਟੀਬਲ ਸਕੂਲ ਟ੍ਰੇਨਿੰਗ। The vestibule training is one of the method where the technical staff
especially those who deal with the tools and machinery are given the job education training in the workplace other than the main production plant. Vestibule training ਕਿਹੜੀ ਹੁੰਦੀ ਹੈ ਬੇਟੇ, ਜਿਹਦੇ ਵਿੱਚ ਮੈਥਡ ਆਫ ਟ੍ਰੇਨਿੰਗ ਪ੍ਰੋਵਾਈਡ ਕਰਵਾਏ ਜਾਂਦੇ ਆ ਟੈਕਨੀਕਲ ਸਟਾਫ ਦੇ ਦੁਆਰਾ ਜਿਹੜੇ ਕਿ ਆਲਰੇਡੀ ਮਸ਼ੀਨਸ ਅਤੇ ਟੂਲਸ ਦੀ ਜਾਣਕਾਰੀ ਰੱਖਦੇ ਹੁੰਦੇ ਆ। ਉਹ ਐਜੂਕੇਸ਼ਨ ਪ੍ਰੋਵਾਈਡ ਕਰਵਾਉਂਦੇ ਆ ਇੰਪਲੋਈਜ਼ ਨੂੰ ਅਦਰ ਦੈਨ ਮੇਨ ਪ੍ਰੋਡਕਸ਼ਨ ਪਲਾਂਟ, ਮਤਲਬ ਉੱਥੇ ਨਹੀਂ ਜਿੱਥੇ ਜੋਬ ਕਰਨੀ ਆ, ਉਸ ਤੋਂ ਇਲਾਵਾ ਨੀਅਰ ਬਾਏ ਦਾ ਆਰਗੇਨਾਈਜੇਸ਼ਨ ਟ੍ਰੇਨਿੰਗ ਸੈਂਟਰ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਹੈ ਡਿਊਰਿੰਗ ਦਾ ਜੋਬ, ਨਹੀਂ ਜੋਬ ਤੋਂ ਬਾਅਦ। ਓਕੇ, ਸੋ that are the methods of training and development, chapter number 6 staffing. If you have any query, you can message me on my WhatsApp number. Thanks and have a nice day.